Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਜ਼ਮਾਨਾ ਐਸਾ ਹੈ ਕਿ ਸਾਨੂੰ ਆਪਣੇ ਜੀਵਨ ਨਿਰਵਾਹ ਦੇ ਲਈ ਛੋਟੀ ਤੋਂ ਛੋਟੀ ਚੀਜ਼ ਵੀ ਖਰੀਦਣੀ ਪੈਂਦੀ ਹੈ ਅਤੇ ਖਰੀਦਣ ਦੇ ਲਈ ਪੈਸਾ ਚਾਹੀਦਾ ਹੈ। ਅਜਿਹੇ 'ਚ ਮਨੁੱਖਾਂ ਦੇ ਵਿੱਚ ਦੁਫਾੜ ਪੈਦਾ ਹੋ ਜਾਂਦੀ ਹੈ। ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਦੇ ਲਈ ਪੈਸਾ ਹੀ ਸਭ ਕੁਝ ਹੋ ਜਾਂਦਾ ਹੈ। ਉਹ ਆਪਣਾ ਸਾਰਾ ਧਿਆਨ ਪੈਸਾ ਕਮਾਉਣ 'ਤੇ ਹੀ ਕੇਂਦਰਿਤ ਕਰ ਦਿੰਦੇ ਨੇ, ਪਰਮਾਤਮਾ ਦੀ ਭਗਤੀ ਨੂੰ ਭੁੱਲ ਜਾਂਦੇ ਨੇ। ਪੈਸੇ ਦੇ ਸਾਹਮਣੇ ਦੂਜੇ ਮਨੁੱਖਾਂ ਅਤੇ ਹੋਰਨਾਂ ਜੀਵਾਂ ਦੀ ਕਦਰਾਂ ਕੀਮਤਾਂ ਨੂੰ ਵੀ ਭੁੱਲ ਜਾਂਦੇ ਨੇ। ਅਤੇ ਦੂਜੇ ਪਾਸੇ ਉਹ ਲੋਕ ਨੇ ਜੋ ਪੈਸੇ ਨੂੰ ਬਿਲਕੁਲ ਹੀ ਤਿਆਗ ਦਿੰਦੇ ਨੇ ਅਤੇ ਸਾਧ ਬਣ ਜਾਂਦੇ, ਲੋਕਾਂ 'ਤੇ ਨਿਰਭਰ ਹੋ ਜਾਂਦੇ ਨੇ ਕਿ ਕੋਈ ਉਹਨਾਂ ਨੂੰ ਖਾਣ ਨੂੰ ਕੁਝ ਦੇ ਜਾਏ ਅਤੇ ਖਾ ਲੈਣ, ਪਹਿਨਣ ਨੂੰ ਕੁਝ ਦੇ ਜਾਏ ਅਤੇ ਪਹਿਨ ਲੈਣ। ਗੌਰ ਨਾਲ ਵੇਖੀਏ ਤੇ ਦੋਹੇ ਹੀ ਰਸਤੇ ਉੱਤਮ ਨਹੀਂ ਜਾਪਦੇ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਵਿਚਕਾਰਲਾ ਰਸਤਾ ਕਿਵੇਂ ਕੱਢੀਏ। ਇਸ ਸਵਾਲ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 487ਵੇਂ ਅੰਗ 'ਤੇ ਵਿਰਾਜਮਾਨ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਕੁਝ ਮਿਲ ਜਾਂਦਾ ਹੈ। ਇਸ ਸਵਾਲ ਦੇ ਉੱਤਰ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਅਸਲ 'ਚ ਪੈਸੇ ਦੇ ਨਾਲ ਪ੍ਰੋਬਲਮ ਕੀ ਹੈ, ਸਮੱਸਿਆ ਕੀ ਹੈ। ਪੈਸਾ ਇੱਕ ਉਹ ਵਸਤ ਜਿਹਦੇ ਨਾਲ ਅਸੀਂ ਜੀਵਨ ਨਿਰਵਾਹ ਦੀਆਂ ਵਸਤਾਂ ਖਰੀਦ ਸਕਦੇ ਹਾਂ, ਉਹ ਖੁਦ ਇੱਕ ਸਮੱਸਿਆ ਕਿਵੇਂ ਬਣ ਜਾਂਦਾ ਹੈ। ਉਹ ਸਾਡੇ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲਾ ਖੁਦ ਇੱਕ ਸਮੱਸਿਆ ਕਿਵੇਂ ਬਣ ਜਾਂਦਾ, ਇਹਦਾ ਉੱਤਰ ਜਾਣਨਾ ਪਹਿਲਾਂ ਜ਼ਰੂਰੀ ਹੈ। ਸੋ ਇਹਨਾਂ ਦੋਹਾਂ ਹੀ ਸਵਾਲਾਂ ਦੇ ਉੱਤਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਵੀਡੀਓ ਨੂੰ ਧਿਆਨ ਦੇ ਨਾਲ ਸੁਣਨ ਦੀ ਜ਼ਰੂਰ ਕੋਸ਼ਿਸ਼, ਉਮੀਦ ਹੈ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਵੇਗੀ। ਤੇ ਆਓ ਹੁਣ ਸ਼ੁਰੂਆਤ ਕਰੀਏ। ਆਸਾ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ। ਸਵਾਸ ਸਵਾਸ ਹਰੀ ਨਾਮ ਸਿਮਰਨ ਨਾਲ ਹਰੀ ਦੇ ਦਾਸ ਸੰਸਾਰ ਸਮੁੰਦਰ ਤੋਂ ਪੂਰਨ ਤੌਰ 'ਤੇ ਪਾਰ ਲੰਘ ਜਾਂਦੇ ਹਨ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਇਸ ਸ਼ਬਦ ਦੀਆਂ ਪਹਿਲੀਆਂ ਹੀ ਪੰਕਤੀਆਂ ਰਹਾਉ ਵਾਲੀਆਂ ਪੰਕਤੀਆਂ ਹਨ ਤੇ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਸ਼ਬਦ ਦਾ ਜੋ ਭਾਵ ਅਰਥ ਹੁੰਦਾ ਹੈ, ਨਿਚੋੜ ਹੁੰਦਾ ਹੈ, ਉਹ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਹੁੰਦਾ। ਸੋ ਭਗਤ ਰਵਿਦਾਸ ਜੀ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਸਵਾਸ ਸਵਾਸ ਦੇ ਨਾਲ ਹਰੀ ਨਾਮ ਸਿਮਰਨ ਦੀ ਮਹੱਤਤਾ ਦੱਸਦੇ ਨੇ ਅਤੇ ਉਦੋਂ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਦੋ ਉਦਾਹਰਨਾਂ ਦਿੰਦੇ ਨੇ। ਪਹਿਲੀ ਉਦਾਹਰਣ ਭਗਤ ਕਬੀਰ ਜੀ ਦੀ, ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਕਾਗਰ ਤੋਂ ਭਾਵ ਕਰਮਾਂ ਦੇ ਲੇਖੇ। ਹਰੀ ਨਾਮ ਸਿਮਰਨ ਦੀ ਬਰਕਤ ਨਾਲ ਕਬੀਰ ਭਗਤ ਜਗਤ ਵਿੱਚ ਮਸ਼ਹੂਰ ਹੋਇਆ ਅਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ। ਅੱਗੇ ਭਗਤ ਨਾਮਦੇਵ ਜੀ ਦੀ ਉਦਾਹਰਣ ਦਿੰਦੇ ਨੇ, ਨਿਮਤ ਨਾਮ ਦਿਓ ਦੂਧ ਪਿਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ। ਹਰ ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ਗੋਬਿੰਦ ਰਾਏ ਨੂੰ ਦੁੱਧ ਪਿਆਇਆ ਸੀ ਤੇ ਨਾਮ ਜਪਿਆ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿੱਚ ਨਹੀਂ ਪਿਆ। ਜਨ ਰਵਿਦਾਸ ਰਾਮ ਰੰਗ ਰਾਤਾ, ਇਉ ਗੁਰ ਪ੍ਰਸਾਦ ਨਰਕ ਨਹੀਂ ਚਾਤਾ। ਹਰੀ ਦਾ ਦਾਸ ਰਵਿਦਾਸ ਵੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਹੈ। ਇਸ ਰੰਗ ਦੀ ਬਰਕਤ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ ਰਵਿਦਾਸ ਨਰਕਾਂ ਵਿੱਚ ਨਹੀਂ ਪਏਗਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌੜਿਓ ਫਿਰਤ ਹੈ ਰਹਾਉ। ਮਿੱਟੀ ਦਾ ਇਹ ਪੁਤਲਾ ਜਾਣੀ ਕਿ ਮਨੁੱਖ ਕਿਹਾ ਹਾਸੋ ਹੀਣਾ ਹੋ ਕੇ ਨੱਚ ਰਿਹਾ ਹੈ, ਭਾਵ ਕਿ ਮਾਇਆ ਦੇ ਹੱਥਾਂ ਦੇ ਉੱਪਰ ਨੱਚ ਰਿਹਾ, ਮਾਇਆ ਦੀ ਭਟਕਣਾ ਦੇ ਵਿੱਚ ਭਟਕ ਰਿਹਾ ਹੈ। ਦੇਖੈ ਦੇਖੈ ਮਾਇਆ ਨੂੰ ਹੀ ਚਾਰ ਚੁਫੇਰੇ ਢੂੰਡਦਾ ਹੈ, ਲੱਭਦਾ ਹੈ। ਸੁਣੈ ਬੋਲੇ ਮਾਇਆ ਦੀਆਂ ਹੀ ਗੱਲਾਂ ਕਰਦਾ ਹੈ ਅਤੇ ਮਾਇਆ ਦੀਆਂ ਗੱਲਾਂ ਸੁਣਨੀਆਂ ਹੀ ਇਹਨੂੰ ਚੰਗੀਆਂ ਲੱਗਦੀਆਂ। ਦੌੜਿਓ ਫਿਰਤ ਹੈ, ਭੱਜਿਆ ਫਿਰਦਾ, ਦੌੜਿਆ ਫਿਰਦਾ, ਇੱਧਰੋਂ ਵੀ ਕਮਾ ਲਵਾਂ ਉੱਧਰੋਂ ਵੀ
ਕਮਾ ਲਵਾਂ, ਚੈਨ ਨਹੀਂ ਹੈ। ਕਮਾ ਵੀ ਲੈਂਦਾ ਤੇ ਥੋੜ੍ਹਾ ਹੋਰ ਕਮਾਉਣ ਦੀ ਲਾਲਸਾ ਉਹਦੇ ਅੰਦਰ ਪੈਦਾ ਹੁੰਦੀ ਹੈ, ਤੇ ਕਮਾਇਆ ਹੋਇਆ ਵੀ ਉਹਨੂੰ ਘੱਟ ਤੰਗ ਨਹੀਂ ਕਰਦਾ। ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜੇ ਕੁਝ ਹਾਸਲ ਕਰ ਵੀ ਲਵੇ ਤਾਂ ਹੰਕਾਰ ਕਰਨ ਲੱਗ ਜਾਂਦਾ ਹੈ, ਤੇ ਜੇ ਕੁਝ ਗਵਾਚ ਜਾਏ ਤੇ ਰੋਂਦਾ ਹੈ, ਦੁਖੀ ਹੁੰਦਾ ਹੈ। ਇਹਨਾਂ ਦੋ ਪੰਕਤੀਆਂ ਦੇ ਵਿੱਚ ਹੀ ਸਾਡੇ ਉਹਨਾਂ ਦੋਹਾਂ ਸਵਾਲਾਂ ਦੇ ਉੱਤਰ ਲੁਕੇ ਨੇ। ਦੋਹਾਂ ਦੇ ਵਿੱਚੋਂ ਜੋ ਦੂਸਰਾ ਸਵਾਲ ਕਿ ਪੈਸਾ ਸਮੱਸਿਆ ਕਿਵੇਂ ਬਣ ਜਾਂਦਾ ਹੈ, ਪੈਸਾ ਜੋ ਕਿ ਸਮੱਸਿਆ ਦਾ ਸਮਾਧਾਨ ਕਰਨ ਦਾ ਸਾਧਨ ਹੈ, ਉਹ ਖੁਦ ਸਮੱਸਿਆ ਕਿਵੇਂ ਬਣ ਜਾਂਦਾ ਹੈ, ਇਸ ਸਵਾਲ ਦਾ ਉੱਤਰ ਤੇ ਇਹਨਾਂ ਦੋ ਪੰਕਤੀਆਂ ਦੇ ਵਿੱਚ ਸਿੱਧਾ ਹੀ ਸਪਸ਼ਟ ਹੀ ਸਾਨੂੰ ਮਿਲ ਜਾਂਦਾ ਕਿ ਜੇ ਮਨੁੱਖ ਨੂੰ ਪੈਸਾ ਮਿਲ ਜਾਏ ਤੇ ਉਹ ਪੈਸਾ ਉਹਦੇ ਅੰਦਰ ਹੰਕਾਰ ਪੈਦਾ ਕਰਦਾ ਹੈ, ਤੇ ਉਹ ਪੈਸਾ ਉਸ ਮਨੁੱਖ ਨੂੰ ਇਸ ਹੱਦ ਤੱਕ ਬੰਨ੍ਹ ਲੈਂਦਾ ਹੈ, ਆਪਣੇ ਮੋਹ ਦੇ ਵਿੱਚ ਇਸ ਤਰ੍ਹਾਂ ਜਕੜ ਲੈਂਦਾ ਹੈ ਕਿ ਜਦੋਂ ਮਨੁੱਖ ਦੀ ਉਸ ਪੈਸੇ ਤੋਂ ਦੂਰੀ ਪੈਂਦੀ ਹੈ ਤਾਂ ਮਨੁੱਖ ਨੂੰ ਦੁੱਖ ਹੁੰਦਾ ਹੈ, ਉਹ ਰੋਂਦਾ ਹੈ। ਸੋ ਪੈਸਾ ਸਮੱਸਿਆ ਕਿਵੇਂ ਬਣਦਾ ਹੈ? ਕਿਉਂਕਿ ਇਹ ਸਾਡੇ ਮਨ ਨਾਲ ਖੇਡਦਾ ਹੈ, ਇਹ ਸਾਡੇ ਮਨ ਨੂੰ ਆਪਣੇ ਵੱਸ 'ਚ ਕਰ ਲੈਂਦਾ ਹੈ, ਤਾਂ ਕਰਕੇ ਇਹ ਸਮੱਸਿਆ ਬਣਦੀ ਹੈ। ਤੇ ਦੂਸਰਾ ਸਵਾਲ ਕਿ ਉੱਤਮ ਰਸਤਾ ਕਿਹੜਾ ਹੈ ਜਦੋਂ ਗੱਲ ਪੈਸੇ ਦੀ ਆ ਜਾਵੇ, ਕਿਉਂਕਿ ਜੀਵਨ ਨਿਰਵਾਹ ਦੇ ਲਈ ਪੈਸਾ ਜ਼ਰੂਰੀ ਹੈ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹ ਪੈਸਾ ਸਾਡੇ ਮਨ ਦੇ ਉੱਪਰ ਅਸਰ ਨਾ ਪਾਵੇ, ਸਾਡੀ ਬੁੱਧੀ ਨੂੰ ਜਕੜ ਨਾ ਲੈਂਦਾ ਹੋਵੇ। ਉੱਤਮ ਰਸਤਾ ਕਿਹੜਾ ਹੈ? ਭਾਵ ਕਿ ਅਸੀਂ ਇਹਦੀ ਜਕੜਨ ਤੋਂ ਕਿਵੇਂ ਬਚੀਏ। ਇਹ ਮਾਨੋ ਇੰਝ ਹੀ ਹੈ ਕਿ ਅਸੀਂ ਹੱਥ ਦੇ ਵਿੱਚ ਗੂੰਦ ਫੜ ਤਾਂ ਲਈਏ, ਪਰ ਉਹ ਗੂੰਦ ਸਾਡੇ ਹੱਥ ਨੂੰ ਚਿਪਕੇ ਨਾ। ਇਹਦਾ ਹੱਲ ਹੈ ਇਸ ਖਿਆਲ ਨੂੰ ਆਪਣੇ ਅੰਦਰ ਵਸਾ ਲੈਣਾ ਕਿ ਸਾਨੂੰ ਸਾਡੇ ਜੀਵਨ ਨਿਰਵਾਹ ਦੇ ਲਈ ਬਹੁਤ ਥੋੜ੍ਹੇ ਪੈਸੇ ਦੀ ਲੋੜ ਹੈ, ਪਰ ਸ਼ਰਤ ਇਹ ਹੈ ਕਿ ਅਸੀਂ ਆਪਣੇ ਜੀਵਨ ਨੂੰ ਸਾਦਾ ਰੱਖੀਏ। ਜੇ ਤੁਸੀਂ ਗੌਰ ਨਾਲ ਘੋਖ ਪੜਤਾਲ ਕੇ ਵੇਖੋ ਤੇ ਤੁਸੀਂ ਪਾਓਗੇ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਤਾਮ-ਝਾਮ ਅਜਿਹਾ ਇਕੱਠਾ ਕਰ ਰੱਖਿਆ ਜਿਹਦੀ ਸ਼ਾਇਦ ਤੁਹਾਨੂੰ ਜ਼ਰੂਰਤ ਨਹੀਂ। ਤੁਸੀਂ ਆਪਣੇ ਜੀਵਨ ਦੇ ਵਿੱਚ ਜੋ ਤੁਹਾਡੀ ਜ਼ਰੂਰਤ ਦੀਆਂ ਚੀਜ਼ਾਂ ਵੀ ਨੇ, ਉਹਨਾਂ ਦੇ ਮਾਮਲੇ ਵਿੱਚ ਵੀ ਕੁਤਾਹੀ ਕੀਤੀ ਹੋਈ ਹੈ। ਕੱਪੜਾ ਤਨ ਢੱਕਣ ਦੇ ਲਈ ਬਣਿਆ, ਉਹਦਾ ਫਰਜ਼ ਹੈ ਕਿ ਤੁਹਾਡੇ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਵੇ। ਤੇ ਜਦੋਂ ਅਸੀਂ ਕੱਪੜਾ ਖਰੀਦਣ ਜਾਈਏ, ਉੱਤਮ ਰਸਤਾ ਇਹ ਹੈ ਕਿ ਅਸੀਂ ਇਹ ਵੇਖੀਏ ਕਿ ਇਹ ਕੱਪੜਾ ਮੇਰੇ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਏਗਾ ਜਾਂ ਨਹੀਂ, ਨਾ ਕਿ ਅਸੀਂ ਇਹ ਵੇਖੀਏ ਕਿ ਇਸ ਕੱਪੜੇ ਦੇ ਉੱਪਰ ਸਟਿੱਕਰ ਕਿਹੜੇ ਬ੍ਰਾਂਡ ਦਾ ਲੱਗਿਆ ਹੋਇਆ ਹੈ। ਇਹ ਬ੍ਰਾਂਡ ਦਾ ਸਟਿੱਕਰ ਫਾਲਤੂ ਦਾ ਤਾਮ-ਝਾਮ ਹੈ ਜੋ ਤੁਸੀਂ ਚੱਕਿਆ ਹੋਇਆ, ਇਹਦੀ ਜ਼ਰੂਰਤ ਨਹੀਂ। ਤਨ ਢੱਕਣ ਵਾਲਾ ਕੱਪੜਾ ਤੁਹਾਨੂੰ 500 ਰੁਪਏ 'ਚ ਵੀ ਮਿਲ ਜਾਏਗਾ, ਉਸੇ ਦੇ ਉੱਤੇ ਬ੍ਰਾਂਡ ਦਾ ਸਟਿੱਕਰ ਲਾ ਕੇ ਉਹ ਤੁਹਾਨੂੰ 5000 ਦਾ ਵੇਚਿਆ ਜਾਏਗਾ। ਬਾਕੀ ਦੇ 4500 ਨੂੰ ਕਮਾਉਣ ਦੀ ਖਾਤਰ ਤੁਸੀਂ ਤਰਲੋ ਮੱਛੀ ਹੋਵੋਗੇ। ਜਦੋਂ ਇੰਨਾ ਤਰਲੋ ਮੱਛੀ ਹੋ ਕੇ ਕਮਾਇਆ ਹੋਏਗਾ ਤੇ ਤੁਹਾਡੇ ਅੰਦਰ ਹੰਕਾਰ ਵੀ ਪੈਦਾ ਜ਼ਰੂਰ ਹੋਏਗਾ। ਫਿਰ ਤੁਹਾਨੂੰ ਲੱਗੇਗਾ ਕਿ ਮੈਂ ਮਿਹਨਤ ਕਰਕੇ ਇਹ ਪੈਸਾ ਕਮਾਇਆ ਤੇ ਹੁਣ ਮੈਂ ਆਪਣੇ ਆਪ ਦੇ ਉੱਤੇ ਇਹਨੂੰ ਖਰਚ ਕਰਨਾ। ਫੋਨ ਹੈ, ਮੁੱਖ ਮਕਸਦ ਇਹ ਹੈ ਕਿ ਇਹ ਸਾਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਦਾ ਹੈ। ਜਦੋਂ ਲੋੜ ਪਵੇ ਅਸੀਂ ਅਗਲੇ ਨੂੰ, ਕਿਸੇ ਨੂੰ ਵੀ, ਆਪਣੇ ਮਿੱਤਰ ਨੂੰ, ਰਿਸ਼ਤੇਦਾਰ ਨੂੰ ਫੋਨ ਕਰ ਸਕਦੇ ਹਾਂ, ਕਾਲ ਕਰਕੇ ਗੱਲ ਕਰ ਸਕਦੇ ਹਾਂ, ਮੈਸੇਜ ਕਰ ਸਕਦੇ ਹਾਂ। ਜ਼ਮਾਨੇ ਨਾਲ ਵੀ ਚੱਲੀਏ ਤੇ ਸੋਸ਼ਲ ਮੀਡੀਆ ਨੂੰ ਅਸੀਂ ਵੇਖ ਸਕਦੇ ਹਾਂ, ਹਾਲਾਂਕਿ ਉਹ ਜ਼ਰੂਰਤ ਨਹੀਂ, ਉਹ ਵੀ ਕੋਈ ਜ਼ਰੂਰਤ ਨਹੀਂ ਹੈ। ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਹੀ ਇੱਕ ਫਾਲਤੂ ਦਾ ਤਾਮ-ਝਾਮ ਅਸੀਂ ਚੱਕਿਆ ਹੋਇਆ। ਖੈਰ, ਜੇ ਤੁਸੀਂ ਉਹਨੂੰ ਵਰਤਣਾ ਵੀ ਹੋਵੇ ਤਾਂ ਵੀ ਇਹ ਸਭ ਕੁਝ ਫੋਨ ਦੇ ਜਿਹੜੇ ਜ਼ਰੂਰੀ ਫੀਚਰ ਨੇ, ਫੋਨ ਦਾ ਕੰਮ ਹੈ ਤੁਹਾਡੀਆਂ ਕੁਝ ਜ਼ਰੂਰਤਾਂ ਨੂੰ ਪੂਰਾ ਕਰਨਾ। ਉਹ ਜ਼ਰੂਰਤਾਂ 10-15 ਹਜ਼ਾਰ ਵਾਲਾ ਫੋਨ ਵੀ ਪੂਰੀਆਂ ਕਰ ਸਕਦਾ ਹੈ ਤੇ ਉਹੀ ਜ਼ਰੂਰਤਾਂ 1.5 ਲੱਖ ਦਾ ਫੋਨ ਵੀ ਪੂਰੀਆਂ ਕਰ ਸਕਦਾ ਹੈ। ਰੌਲਾ ਇਹ ਹੈ ਕਿ 1.5 ਲੱਖ ਵਾਲੇ ਦੇ ਉੱਤੇ ਇੱਕ ਸਟਿੱਕਰ ਲੱਗਿਆ ਹੈ ਜਿਹਦੀ ਖਾਸੀ ਵਾਹ-ਵਾਹੀ ਹੁੰਦੀ ਹੈ। ਤੁਹਾਡੇ ਹੱਥ ਦੇ ਵਿੱਚ ਉਹ ਫੋਨ ਹੋਵੇ ਤੇ ਲੋਕਾਂ 'ਚ ਤੁਹਾਡਾ ਵੱਟ ਵਾਹਵਾ ਪੈਂਦਾ। ਉਹ ਵੱਟ ਪਵਾਉਣ ਦੇ ਚੱਕਰ ਦੇ ਵਿੱਚ 10 ਗੁਣਾ ਜ਼ਿਆਦਾ ਪੈਸੇ ਅਸੀਂ ਖਰਚਦੇ ਹਾਂ ਤੇ ਉਹਨਾਂ 10 ਗੁਣਾ ਪੈਸਿਆਂ ਨੂੰ ਕਮਾਉਣ ਦੇ ਲਈ ਤਰਲੋ ਮੱਛੀ ਹੁੰਦੇ ਆ ਤੇ ਫਿਰ ਹੰਕਾਰ ਦੇ ਸ਼ਿਕਾਰ ਹੋ ਜਾਂਦੇ ਹਾਂ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਪੈਸਾ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਬਣਿਆ ਤੇ ਇਹ ਜ਼ਰੂਰਤਾਂ ਪੂਰੀਆਂ ਕਰਨ ਤੱਕ ਸੀਮਿਤ ਰਵੇ, ਸਾਡੀ ਬੁੱਧੀ ਨੂੰ, ਸਾਡੇ ਮਨ ਨੂੰ ਆਪਣੇ ਵੱਸ ਦੇ ਵਿੱਚ ਨਾ ਕਰੇ, ਤਾਂ ਫਾਲਤੂ ਦੇ ਤਾਮ-ਝਾਮ ਛੱਡ ਕੇ
ਆਪਣੀਆਂ ਜ਼ਰੂਰਤਾਂ ਤੱਕ ਇਸ ਨੂੰ ਸੀਮਤ ਰੱਖੀਏ। ਫਿਰ ਨਾ ਤੇ ਤੁਸੀਂ ਪੈਸਾ ਮਿਲਣ 'ਤੇ ਗਰਵ ਕਰੋਗੇ, ਹੰਕਾਰ ਕਰੋਗੇ, ਅਤੇ ਨਾ ਹੀ ਇਹਦੇ ਖੁੱਸਣ 'ਤੇ ਰੋਵੋਗੇ। ਫਿਰ ਜਿੰਨਾ ਕੁ ਤੁਹਾਨੂੰ ਮਿਲ ਗਿਆ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ ਓਨਾ ਕੁ ਲੈ ਲਵੋਗੇ ਕਿ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਜੋ ਮੇਰੇ ਹਿੱਸੇ ਦਾ ਸੀ ਮੈਨੂੰ ਮਿਲ ਗਿਆ, ਮੈਂ ਖੁਸ਼ ਹਾਂ। ਅਤੇ ਜੇ ਖੁੱਸ ਵੀ ਜਾਏ ਤੇ ਤੁਹਾਡੇ ਅੰਦਰ ਕੋਈ ਗਿਲਾ ਸ਼ਿਕਵਾ ਨਹੀਂ ਹੋਏ, ਕਿਉਂਕਿ ਅੰਦਰ ਇੱਕ ਖਿਆਲ ਹੈ, ਦੇਣ ਵਾਲਾ ਵੀ ਉਹ ਪ੍ਰਮਾਤਮਾ ਹੈ, ਲੈਣ ਵਾਲਾ ਵੀ ਉਹ ਪ੍ਰਮਾਤਮਾ। ਹੁਣ ਅੱਗੇ ਚੱਲਦੇ ਹਾਂ। ਮਨ ਬਚ ਕਰਮ ਰਸ ਕਸੈ ਲੁਭਾਨਾ, ਬਿਨਸ ਗਿਆ ਜਾਏ ਕਹੂੰ ਸਮਾਨਾ। ਆਪਣੇ ਮਨ ਦੇ ਰਾਹੀਂ, ਬਚਨਾਂ ਦੇ ਰਾਹੀਂ, ਕਰਤੂਤਾਂ ਦੇ ਰਾਹੀਂ ਮਨੁੱਖ ਜੋ ਹੈ ਉਹ ਚਸਕਿਆਂ ਵਿੱਚ ਫਸਿਆ ਹੋਇਆ ਹੈ। ਆਖਰ ਮੌਤ ਆਉਣ 'ਤੇ ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ ਜਾ ਕੇ ਪ੍ਰਭੂ ਚਰਨਾਂ ਦੇ ਥਾਂ ਕਿਤੇ ਕੁਥਾਂ ਹੀ ਟਿਕਦਾ। ਇਹਨਾਂ ਪੰਕਤੀਆਂ ਦੇ ਵਿੱਚ ਇੱਕ ਗੱਲ ਇੰਪਲਾਈਡ ਹੈ, ਲੁਕੀ ਹੋਈ ਹੈ, ਲੁਕਿਆ ਹੋਇਆ ਭਾਵ ਹੈ ਕਿ ਜੀਵ ਦੇ ਸਰੀਰ ਦੇ ਵਿੱਚ ਸਰੀਰ ਵੀ ਹੈ ਅਤੇ ਆਤਮਾ ਵੀ ਹੈ। ਮਰਨ ਉਪਰੰਤ ਉਹ ਆਤਮਾ ਸਰੀਰ ਦੇ ਵਿੱਚੋਂ ਨਿਕਲ ਕੇ ਤੇ ਕਿਤੇ ਜਾਂਦੀ ਹੈ। ਜੇ ਤੇ ਤੁਸੀਂ ਪ੍ਰਮਾਤਮਾ ਦੇ ਚਰਨੀ ਲੱਗੇ ਹੋ, ਪ੍ਰਮਾਤਮਾ ਦੀ ਭਗਤੀ ਦੇ ਵਿੱਚ ਆਪਣਾ ਜੀਵਨ ਗੁਜ਼ਾਰਿਆ ਹੈ, ਤੇ ਤੁਹਾਡੀ ਉਹ ਆਤਮਾ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਟਿਕਦੀ ਹੈ। ਜੇ ਮਾਇਆ ਦੇ ਚੰਗੁਲ 'ਚ ਹੀ ਫਸੇ ਰਹੇ ਹੋ ਤੇ ਤੁਹਾਡੀ ਉਹ ਆਤਮਾ ਕਿਤੇ ਕੁਥਾਂ ਜਾ ਟਿਕਦੀ ਹੈ। ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀ ਗਰ ਸੋ ਮੋਹੇ ਪ੍ਰੀਤ ਬਨ ਆਈ। ਭਗਤ ਰਵਿਦਾਸ ਜੀ ਆਖਦੇ ਹਨ, ਹੇ ਭਾਈ, ਇਹ ਜਗਤ ਇੱਕ ਖੇਡ ਹੀ ਹੈ। ਕਹਿੰਦੇ ਮੇਰੀ ਪ੍ਰੀਤ ਤਾਂ ਜਗਤ ਦੀ ਮਾਇਆ ਦੇ ਥਾਂ ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗੀ ਹੋਈ ਹੈ, ਸੋ ਮੈਂ ਇਸ ਹਾਸੋਹੀਣੇ ਨਾਚ ਤੋਂ ਬਚ ਗਿਆ। ਉਹ ਹਾਸੋਹੀਣਾ ਨਾਚ ਜਿਸ ਦਾ ਜ਼ਿਕਰ ਇਸ ਸ਼ਬਦ ਦੀ ਪਹਿਲੀ ਹੀ ਪੰਕਤੀ ਦੇ ਵਿੱਚ ਭਗਤ ਜੀ ਨੇ ਕੀਤਾ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਵਿਸਰੇ ਪ੍ਰਭ ਹੀਰੇ। ਰਹਾਉ। ਮਾਇਆ ਦੇ ਮੋਹ ਵਿੱਚ ਭਟਕਦਿਆਂ ਇਹ ਮਨੁੱਖ ਕਈ ਜਨਮ ਗੁਜ਼ਾਰ ਜਾਂਦਾ ਹੈ, ਉਹਦਾ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ ਰੂਪ ਪਦਾਰਥਾਂ ਦੇ ਲਾਲਚ ਵਿੱਚ, ਕਾਮ ਵਾਸ਼ਨਾ ਵਿੱਚ ਰੰਗਿਆ ਰਹਿੰਦਾ ਹੈ। ਇਸ ਦੇ ਮਨ ਵਿੱਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਹੇ ਕਮਲੇ ਮਨ, ਇਹ ਜ਼ਹਿਰ ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ। ਗੁਣਾਂ ਵੱਲੋਂ ਹਟ ਕੇ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵੱਧ ਰਹੀ ਹੈ ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਭਰੇ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਇਹਨਾਂ ਪੰਕਤੀਆਂ ਦਾ ਲਾਹਾ ਲੈਣ ਦੇ ਲਈ, ਜੇ ਅਸੀਂ ਵਾਕਈ ਚਾਹੁੰਦੇ ਹਾਂ ਕਿ ਸਾਡੇ ਅੰਦਰ ਗੁਰਬਾਣੀ ਦੀਆਂ ਇਹ ਪੰਕਤੀਆਂ ਪੱਕਾ ਅਸਰ ਕਰਨ, ਤਾਂ ਇੱਕ ਵਾਰ ਅੱਖਾਂ ਬੰਦ ਕਰਕੇ ਤੇ ਇੰਜ ਮਹਿਸੂਸ ਕਰੋ ਜਿਵੇਂ ਤੁਸੀਂ ਆਪਣੇ ਮਨ ਨੂੰ ਇਹ ਗੱਲਾਂ ਆਖਦੇ ਪਏ। ਹੇ ਮਨ, ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ। ਤ੍ਰਿਸ਼ਨਾ ਵਿੱਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ, ਤੂੰ ਵਿਸ਼ੇ ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰਕੇ ਸਾਂਭਦਾ ਰਿਹਾ ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ। ਗਿਆਨ ਪਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮਏ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਕਾਨੇ ਮੁਕਤ ਭਏ। ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਧਨ ਦਿੱਤਾ, ਉਸ ਦੀ ਸੁਰਤ ਪ੍ਰਭੂ ਵਿੱਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ ਮਿੱਕ ਹੋ ਗਿਆ।
ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁੱਖ ਨਾਲ ਸਾਂਝ ਬਣ ਗਈ। ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰੱਜ ਗਿਆ ਤੇ ਬੰਧਨਾਂ ਤੋਂ ਮੁਕਤ ਹੋ ਗਿਆ। ਜੇ ਤੁਸੀਂ ਇਸ ਇੱਕ ਗੱਲ ਵੱਲ ਗੌਰ ਕੀਤੀ ਹੋਵੇ, ਅਸੀਂ ਆਪਣੇ ਆਪ ਤੋਂ ਕੁਝ ਵੀ ਨਹੀਂ ਕਰ ਸਕਦੇ। ਸਿੱਖਿਆਵਾਂ ਜੋ ਵੀ ਅਸੀਂ ਸੁਣ ਰਹੇ ਹਾਂ, ਉਹ ਅਸੀਂ ਆਪ ਦੀ ਮਰਜ਼ੀ ਨਾਲ ਨਹੀਂ ਸੁਣਦੇ ਪਏ। ਪਰਮਾਤਮਾ ਦੀ ਕਿਰਪਾ ਹੈ ਤਾਂ ਸੁਣਦੇ ਪਏ ਹਾਂ। ਆਪਣੇ ਜੀਵਨ ਦੇ ਵਿੱਚ ਕੋਈ ਬਦਲਾਅ ਵੀ ਲੈ ਕੇ ਆਉਣਾ ਹੈ ਤੇ ਅਸੀਂ ਆਪਣੇ ਆਪ ਨਹੀਂ ਲਿਆ ਸਕਦੇ। ਉਸ ਪ੍ਰਭੂ ਦੀ ਕਿਰਪਾ ਬਹੁਤ ਜ਼ਰੂਰੀ ਹੈ। ਗਿਆਨ ਪ੍ਰਵੇਸ਼ ਗੁਰ ਹੈ ਧਨ ਦੀਆ, ਕਿ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ ਰੂਪ ਧਨ ਦਿੱਤਾ। ਜੋਤ ਸਮਾਏ ਸਮਾਨੀ ਜਾ ਕੈ, ਅਸਲੀ ਪ੍ਰਭ ਪਹਿਚਾਨਿਆ, ਤਨੈ ਧਨ ਪਾਇਆ ਧਰਣੀ ਤਰ, ਮਿਲ ਜਨ ਸੰਤ ਸਮਾਨਿਆ। ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ ਵਿਆਪਕ ਜੋਤ ਟਿਕ ਗਈ, ਉਸਨੇ ਮਾਇਆ ਵਿੱਚ ਨਾ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਲੱਭ ਲਿਆ ਹੈ, ਜੋ ਸਾਰੀ ਧਰਤੀ ਦਾ ਆਸਰਾ ਹੈ। ਮੈਂ ਧੰਨਾ ਵੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ। ਮਹਿਲਾ ਪੰਜਵਾਂ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੋ, ਹੋਇਓ ਲਾਖੀਣਾ ਰਹਾਉ। ਹਾਲਾਂਕਿ ਆਪਾਂ ਭਗਤ ਬਾਣੀ ਪੜ੍ਹਦੇ ਪਏ ਹਾਂ, ਪਰ ਵਿੱਚ ਗੁਰੂ ਅਰਜਨ ਸਾਹਿਬ ਦੁਆਰਾ ਲਿਖਿਆ ਹੋਇਆ ਇਹ ਸ਼ਬਦ ਆਇਆ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਧੰਨਾ ਜੀ ਦੇ ਬਾਰੇ 'ਚ ਪੰਕਤੀਆਂ ਲਿਖੀਆਂ ਹਨ। ਪਹਿਲੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਗੱਲ ਕਰਦੇ ਹੋਏ ਗੁਰੂ ਅਰਜਨ ਸਾਹਿਬ ਆਖਦੇ ਹਨ ਕਿ ਭਗਤ ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ। ਉਹ ਹਰ ਵੇਲੇ ਦੀ ਯਾਦ ਦੀ ਬਰਕਤ ਨਾਲ, ਜੋ ਭਗਤ ਨਾਮਦੇਵ ਜੀ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਸਨ, ਉਹਦੀ ਬਰਕਤ ਨਾਲ ਅੱਧੀ ਕੌਡੀ ਦਾ ਗਰੀਬ ਸ਼ੀਂਬਾ ਮਾਨੋ ਲੱਖਪਤੀ ਬਣ ਗਿਆ, ਕਿਉਂਕਿ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ। ਗੱਲ ਉਹੀ ਕਿ ਜਦੋਂ ਤੁਸੀਂ ਗਰੀਬ ਹੁੰਦੇ ਹੋ, ਜ਼ਰੂਰਤਾਂ ਬੜੀ ਮੁਸ਼ਕਲ ਨਾਲ ਪੂਰੀਆਂ ਹੋ ਰਹੀਆਂ ਹੁੰਦੀਆਂ ਨੇ, ਜਾਂ ਕਈ ਜ਼ਰੂਰਤਾਂ ਪੂਰੀਆਂ ਹੋਏ ਬਿਨਾਂ ਰਹਿ ਵੀ ਜਾਂਦੀਆਂ ਨੇ, ਤੇ ਤੁਹਾਨੂੰ ਹੁੰਦਾ ਹੈ, ਦਿਲ 'ਚ ਇੱਕ ਆਸ ਹੁੰਦੀ ਹੈ ਕਿ ਕੋਈ ਮਦਦ ਕਰ ਜਾਵੇ, ਇੱਕ ਮੁਥਾਜੀ ਹੁੰਦੀ ਹੈ ਦੂਸਰੇ ਲੋਕਾਂ ਦੇ ਉੱਪਰ। ਉਸ ਹਾਲਾਤ ਦੇ ਵਿੱਚ ਜੇਕਰ ਤੁਹਾਨੂੰ ਕੋਈ ਕੁਝ ਦੇ ਵੀ ਜਾਵੇ ਤੇ ਅਸੀਂ ਉਹਦੇ ਕਰਜ਼ਦਾਰ ਹੋ ਜਾਂਦੇ ਹਾਂ, ਮੁਥਾਜ ਹੋ ਜਾਂਦੇ ਹਾਂ। ਪਰ ਜਦੋਂ ਪ੍ਰਭੂ ਦੇ ਨਾਲ ਪ੍ਰੀਤ ਜੁੜ ਜਾਏ ਤੇ ਫਿਰ ਜਿੰਨਾ ਕੁ ਵੀ ਹੈ, ਜਿੰਨੀਆਂ ਕੁ ਵੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ, ਉਨੀਆਂ 'ਚ ਅਸੀਂ ਖੁਸ਼ ਹੋ ਜਾਂਦੇ ਹਾਂ, ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ। ਉਦੋਂ ਫਿਰ ਅੱਧੀ ਕੌਡੀ ਸਾਡਾ ਮੁੱਲ ਜਿਹੜਾ ਸੀ ਉਹ ਵੀ ਲੱਖਾਂ ਦਾ ਹੋ ਜਾਂਦਾ। ਅੱਗੇ ਭਗਤ ਕਬੀਰ ਜੀ ਦੀ ਗੱਲ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ, ਬੁਨ ਨਾ ਤਨ ਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਚੋ ਲਾਹਰਾ, ਭਇਓ ਗੁਣੀ ਗਹੀਰਾ। ਕੱਪੜਾ ਉਣਨ, ਤਾਣਾ ਤਨਣ ਦੀ ਲਗਨ ਛੱਡ ਕੇ ਕਬੀਰ ਨੇ ਪ੍ਰਭੂ ਚਰਨਾਂ ਨਾਲ ਲਗਨ ਲਾ ਲਈ। ਨੀਵੀਂ ਜਾਤ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ। ਰਵਿਦਾਸ ਟੁਭੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਰਵਿਦਾਸ ਪਹਿਲਾਂ ਨਿਤ ਮੋਏ ਹੋਏ ਪਸ਼ੂ ਢੋਂਦਾ ਸੀ, ਪਰ ਜਦੋਂ ਉਸਨੇ ਮਾਇਆ ਦਾ ਮੋਹ ਛੱਡ ਦਿੱਤਾ, ਸਾਧ ਸੰਗਤ ਵਿੱਚ ਰਹਿ ਕੇ ਉੱਘਾ ਹੋ ਗਿਆ, ਉਸਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਨਿਆ। ਸੈਣ ਜਾਤ ਦਾ ਨਾਈ, ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ। ਉਸ ਦੀ ਘਰ ਘਰ ਸ਼ੋਭਾ ਹੋ ਤੁਰੀ, ਉਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗ ਪਿਆ। ਇਹ ਬਿਦ ਸੁਣ ਕੈ ਜਾਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡ ਭਾਗਾ। ਇਸ ਤਰ੍ਹਾਂ ਦੀ ਗੱਲ ਸੁਣ ਕੇ ਗਰੀਬ ਧੰਨਾ ਜੱਟ ਵੀ ਉੱਠ ਕੇ ਭਗਤੀ ਕਰਨ ਲੱਗਾ। ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ।
ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 487ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਉਮੀਦ ਕਰਦੇ ਹਾਂ ਅੱਜ ਦੀ ਗੁਰਬਾਣੀ ਦੇ ਰਾਹੀਂ ਤੁਸੀਂ ਪੈਸੇ ਦੇ ਨਾਲ ਆਪਣੇ ਸੰਬੰਧ ਨੂੰ ਸੁਧਾਰਨ ਦੇ ਵਿੱਚ ਕਾਮਯਾਬ ਹੋਵੋਗੇ। ਤੁਸੀਂ ਪੈਸੇ ਨੂੰ ਜ਼ਰੂਰਤਾਂ ਪੂਰੀਆਂ ਕਰਨ ਦੇ ਸਾਧਨ ਦੇ ਰੂਪ ਤੱਕ ਹੀ ਸੀਮਿਤ ਕਰਨ ਦੇ ਵਿੱਚ ਸਫਲ ਹੋਵੋਗੇ ਅਤੇ ਉਹਨੂੰ ਆਪਣੀ ਅਕਲ, ਆਪਣੀ ਬੁੱਧੀ ਦੇ ਉੱਪਰ ਹਾਵੀ ਹੋਣ ਤੋਂ ਰੋਕ ਪਾਓਗੇ। ਇਸੇ ਉਮੀਦ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।